Hello guys, welcome in the Punjabi Tutor and today in this video we are going to talk about an cue card. So ਤੁਸੀਂ ਦੇਖ ਸਕਦੇ ਹੋ ਆਪਦੀ ਸਕਰੀਨ ਦੇ ਸਾਹਮਣੇ. So guys, cue card ਆ describe an area of science that interests you. ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਸਬਜੈਕਟ ਹੁੰਦੇ ਆ. ਏਰੀਆਸ ਦਾ ਮਤਲਬ ਕਾਫੀ ਜ਼ਿਆਦਾ ਉਹਦੇ ਵਿੱਚ ਜਾਣੀ ਕਿ ਸਬ ਸੈਕਸ਼ਨਸ ਹੁੰਦੇ ਆ, ਜਿਵੇਂ ਜਾਣੀ ਕਿ ਫਿਜ਼ਿਕਸ ਹੁੰਦੀ ਆ, ਕੈਮਿਸਟਰੀ, ਇੱਦਾਂ ਦੇ ਸਬਜੈਕਟ ਹੁੰਦੇ, ਬਾਇਓਲੋਜੀ. ਸੋ ਤੁਹਾਨੂੰ ਕਿਹੜਾ ਸਬਜੈਕਟ ਚੰਗਾ ਲੱਗਦਾ, ਉਹ ਕਹਿੰਦੇ ਹੋ ਕਿ ਕਿਹੜਾ ਏਰੀਆ ਵਾ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਆ. ਬੁਲਟ ਪੁਆਇੰਟ ਦੇਖਦੇ ਆ ਕੀ ਆ, ਇਹ ਕਿਹੜਾ ਏਰੀਆ ਵਾ, ਹਾਊ ਯੂ ਲਰਨਡ ਇਟ, ਯਾਨੀ ਕਿ ਤੁਹਾਨੂੰ ਥੋੜ੍ਹਾ ਮੋਟਾ ਦੱਸਣਾ ਪੈਣਾ ਕਿ ਮੈਂ ਇਹਨੂੰ ਕਿੱਦਾਂ ਸਟਾਰਟ ਕੀਤਾ ਹੀ ਸਿੱਖਣਾ, ਜਾਂ ਸਕੂਲ ਟਾਈਮ ਦਾ ਥੋੜ੍ਹਾ ਮੋਟਾ ਜ਼ਿਕਰ ਕਰਨਾ ਪੈਣਾ ਕਿਉਂਕਿ ਉਹ ਕਹਿ ਰਿਹਾ ਹਾਊ ਯੂ ਲਰਨਡ ਅਬਾਊਟ ਇਟ, ਸੈਕਿੰਡ ਫਾਰਮ. ਓਕੇ, ਸੋ ਫਾਈਨਲ ਪੁਆਇੰਟ ਗਾਈਜ਼, ਵਾਈ ਯੂ ਆਰ ਇੰਟਰਸਟਡ ਇਨ ਇਟ, ਕਿਉਂ ਤੁਸੀਂ ਇਹਦੇ ਵਿੱਚ ਇੰਟਰਸਟਡ ਹੋ. ਓਕੇ ਸੋ ਗਾਈਜ਼, ਮੈਂ ਸੋਚਿਆ ਕਿ ਤੁਹਾਨੂੰ ਇਹਦੇ ਵਿੱਚ ਪਲੈਨਿੰਗ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਹੋਊਗੀ, ਸੋ ਮੈਂ ਇੱਕ ਨਿੱਕਾ ਜਿਹਾ ਪਲਾਨ ਤੁਹਾਡੇ ਲਈ ਤਿਆਰ ਕੀਤਾ ਐਂਡ ਦੈਨ ਵੀ ਵਿਲ ਗੋ ਟੂ ਸੈਂਪਲ. ਓਕੇ ਸੋ ਗਾਈਜ਼, ਮੈਂ ਇਹਦੇ ਵਿੱਚ ਕਿਹਾ ਕਿ ਮੈਂ ਕਾਫੀ ਜ਼ਿਆਦਾ ਸਾਇੰਸ ਦੇ ਸਬਜੈਕਟਸ ਪੜ੍ਹ ਚੁੱਕਾ ਵਾਂ, ਬਟ ਹੁਣ ਤੱਕ ਮੇਰਾ ਇਨਵਾਇਰਮੈਂਟ ਦੇ ਵਿੱਚ ਕਾਫੀ ਜ਼ਿਆਦਾ ਇੰਟਰਸਟ ਰਿਹਾ ਵਾ. ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਬਟ ਮੈਨੂੰ ਲੱਗਦਾ ਕਿ ਮੈਂ 4th ਸਟੈਂਡਰਡ ਦੇ ਵਿੱਚ ਸੀਗਾ ਜਦੋਂ ਮੈਂ ਇਹ ਸਬਜੈਕਟ ਲਰਨ ਕਰਨਾ ਸਟਾਰਟ ਕੀਤਾ. ਬਟ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਗਿਆ ਤਾਂ ਮੇਰੇ ਵਿੱਚ ਕਾਫੀ ਜ਼ਿਆਦਾ ਕਰਿਓਸਿਟੀ ਪੈਦਾ ਹੋ ਗਈ. ਕਰਿਓਸਿਟੀ ਦਾ ਮਤਲਬ ਕਾਫੀ ਜ਼ਿਆਦਾ ਉਤਸੁਕਤਾ. ਓਕੇ, ਕਾਫੀ ਜ਼ਿਆਦਾ ਮੈਨੂੰ ਇਹਦੇ ਵਿੱਚ ਮਜ਼ਾ ਆਉਣ ਲੱਗ ਗਿਆ. ਓਕੇ, ਸੋ ਜਦੋਂ ਮੈਂ ਹਾਈ ਸਕੂਲ ਗਿਆ ਤਾਂ ਕਾਫੀ ਜ਼ਿਆਦਾ ਮੇਰਾ ਇਹਦੇ ਵਿੱਚ ਇੰਟਰਸਟ ਪੈਦਾ ਹੋ ਗਿਆ. ਮੈਨੂੰ ਅੱਜ ਵੀ ਯਾਦ ਆ ਕਿ ਹਰ ਸਾਲ ਵਰਲਡ ਇਨਵਾਇਰਮੈਂਟ ਡੇ 'ਤੇ ਮੈਂ ਸਕੂਲ ਦੇ ਵਿੱਚ ਸਪੀਚ ਵੀ ਦਿੰਦਾ ਹੁੰਦਾ ਸੀਗਾ. ਐਂਡ ਮਿਸਟਰ ਗੁਰਿੰਦਰ ਸਿੰਘ ਜੋ ਕਿ ਮੈਨੂੰ ਇਨਵਾਇਰਮੈਂਟ ਦਾ ਸਬਜੈਕਟ ਪੜ੍ਹਾਉਂਦੇ ਸੀਗੇ ਹਾਈ ਸਕੂਲ ਦੇ ਵਿੱਚ, ਬਹੁਤ ਹੀ ਜ਼ਿਆਦਾ ਐਕਸੀਲੈਂਟ ਟੀਚਰ ਸੀ. ਮੈਂ ਦੱਸ ਨਹੀਂ ਸਕਦਾ ਕਿ ਕਿਵੇਂ ਉਹ ਸਾਨੂੰ ਹਰ ਰੋਜ਼ ਕਲਾਸ ਤੋਂ ਬਾਹਰ ਲੈ ਕੇ ਜਾਂਦੇ ਹੁੰਦੇ ਸੀ. ਅਸੀਂ ਐਕਸਪੈਰੀਮੈਂਟ ਕਰਦੇ ਹੁੰਦੇ ਸੀ ਰੀਅਲ ਲਾਈਫ ਦੇ ਵਿੱਚ. ਐਕਸਪੈਰੀਮੈਂਟ ਤੋਂ ਮੇਰਾ ਭਾਵ ਕਿ ਮੈਂ ਸਿੱਖਦਾ ਹੁੰਦਾ ਸੀ ਕਿ ਕਿਵੇਂ ਵਾਟਰ ਨੂੰ ਰੀਯੂਜ਼ ਕਰ ਸਕਦੇ ਹਾਂ, ਕਿਵੇਂ ਹੋਰ ਚੀਜ਼ਾਂ ਨੂੰ ਆਪਾਂ ਰੀਸਾਈਕਲ ਕਰ ਸਕਦੇ ਹਾਂ. ਮੈਂ ਇਹ ਵੀ ਦੇਖਿਆ ਕਿ ਗਲੋਬਲ ਵਾਰਮਿੰਗ ਆ, ਜੋ ਲੋਕ ਅੱਜ ਕੱਲ੍ਹ ਜੰਗਲ ਕੱਟਦੇ ਆ, ਆਪਣੇ ਦਰਖਤ ਖਤਮ ਹੋਈ ਜਾਂਦੇ ਆ, ਇਹਨਾਂ ਦਾ ਇਨਵਾਇਰਮੈਂਟ 'ਤੇ ਕੀ ਅਸਰ ਪੈਂਦਾ ਵਾ. ਸੋ ਕਾਫੀ ਜ਼ਿਆਦਾ ਮੈਨੂੰ ਇਸ ਸਬਜੈਕਟ ਦੇ ਵਿੱਚ ਮਜ਼ਾ ਆਉਣ ਲੱਗ ਗਿਆ. ਐਂਡ ਮੈਂ ਇਹਨੂੰ ਇੱਕ ਸਬਜੈਕਟ ਨਹੀਂ ਸਮਝਦਾ ਸਿਰਫ, ਮੇਰੇ ਲਈ ਇਹ ਕਾਫੀ ਉਸ ਤੋਂ ਉੱਪਰ ਆ, ਸਬਜੈਕਟ ਤੋਂ ਬਿਯੋਂਡ ਆ ਕੁਛ. ਬਿਯੋਂਡ ਦਾ ਮਤਲਬ ਪਰਾਂ. ਓਕੇ, ਸੋ ਜਿੱਥੋਂ ਤੱਕ ਮੇਰੇ ਇੰਟਰਸਟ ਦੀ ਗੱਲ ਆ ਇਹਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਮੈਂ ਛੋਟੇ ਹੁੰਦੇ ਨੇ ਕਾਫੀ ਮੈਂ ਨੇਚਰ ਦੇ ਨਾਲ ਜੁੜਿਆ ਵਾਂ. ਸੋ ਮੈਂ ਹਮੇਸ਼ਾ ਤੋਂ ਇੱਕ ਪੋਲਿਊਸ਼ਨ ਫਰੀ ਇਨਵਾਇਰਮੈਂਟ ਚਾਹੁੰਦਾ ਵਾਂ. ਮੈਨੂੰ ਇੱਦਾਂ ਹੁੰਦਾ ਕਿ ਹਰ ਇੱਕ ਪਾਸੇ ਟਰੀਜ਼ ਹੋਣ, ਹਰ ਇੱਕ ਪਾਸੇ ਗਰੀਨਰੀ ਹੋਵੇ. ਸੋ ਮੈਨੂੰ ਕਾਫੀ ਇੰਟਰਸਟ ਆ ਇਹਦੇ ਵਿੱਚ. ਮੈਂ ਕਾਫੀ ਬੁੱਕਸ ਪੜ੍ਹਦਾ ਵਾਂ, ਮੈਂ ਕਾਫੀ ਜ਼ਿਆਦਾ ਆਰਟੀਕਲ ਪੜ੍ਹਦਾ ਜੋ ਕਿ ਇਨਵਾਇਰਮੈਂਟ ਦੇ ਰਿਲੇਟਡ ਹੁੰਦੇ ਆ. ਸੋ ਆਲ ਇਨ ਆਲ ਜੇ ਮੈਂ ਸਾਇੰਸ ਦੇ ਕਿਸੇ ਇੱਕ ਸਬਜੈਕਟ ਦੀ ਗੱਲ ਕਰਾਂ ਤਾਂ ਉਹ ਇਨਵਾਇਰਮੈਂਟ ਆ, ਜੋ ਅੱਜ ਵੀ ਮੇਰਾ ਫੇਵਰੇਟ ਆ ਅਤੇ ਫੋਰਐਵਰ ਲਈ ਮੇਰੇ ਲਈ ਇਹ ਫੇਵਰੇਟ ਰਹੂਗਾ. ਸੋ ਗਾਈਜ਼, ਮੈਂ ਇੱਕ ਨਿੱਕੀ ਜਿਹੀ ਸਟੋਰੀ ਤਿਆਰ ਕੀਤੀ ਸੀਗੀ ਕਾਫੀ ਜ਼ਿਆਦਾ ਮਜ਼ੇਦਾਰ ਬਣਾਉਣ ਦੀ, ਤਾਂ ਕਿ ਇਹਦੇ ਵਿੱਚ ਇਗਜ਼ਾਮੀ ਤੁਹਾਨੂੰ ਇੱਕ ਰੀਅਲ ਸੈਂਸ ਆਫ ਫੀਲਿੰਗ ਆਵੇ ਕਿ ਹਾਂ ਦੈਟ ਯਾਨੀ ਕਿ ਯੂ ਲਾਈਕ ਇਨਵਾਇਰਮੈਂਟ. ਓਕੇ, ਸੋ ਗਾਈਜ਼ ਹੁਣ ਆਪਾਂ ਸਟਾਰਟ ਕਰਦੇ ਹਾਂ. ਮੈਂ ਡਿਸਕਸ ਕਰੂੰਗਾ ਨਾਲ ਦੀ ਨਾਲ ਬਾਕੀ ਵਰਡਸ ਜੋ ਮੈਂ ਟਰਾਈ ਕੀਤਾ ਵਿੱਚ ਪਾਉਣ ਦੀ, ਜੋ ਫਰੇਜ਼ਸ, ਜੋ ਕਨੈਕਟਰਸ ਆਪਾਂ ਡਿਸਕਸ ਕਰਾਂਗੇ. ਸੋ ਗਾਈਜ਼ ਕਰਦੇ ਹਾਂ ਸ਼ੁਰੂ. ਬੀ ਰੈਡੀ. ਓਕੇ, to be quite honest, I'm really keen to study science. To be quite honest ਦੀ ਜਗ੍ਹਾ 'ਤੇ ਗਈ ਤੁਸੀਂ to be perfectly honest ਜਾਂ to be brutally honest ਵੀ ਕਹਿ ਸਕਦੇ ਹੋ. ਇਹਦਾ ਮਤਲਬ ਕਿ ਜੇ ਮੈਂ ਇਮਾਨਦਾਰੀ ਨਾਲ ਦੱਸਾਂ ਤਾਂ ਮੈਂ ਸਾਇੰਸ ਦੇ ਵਿੱਚ ਕਾਫੀ ਕੀਨ ਆ. ਕੀਨ ਦਾ ਮਤਲਬ ਗਾਈਸ ਬਹੁਤ ਜ਼ਿਆਦਾ ਇੰਟਰਸਟਡ. ਓਕੇ, ਆਈ ਐਮ ਰੀਅਲੀ ਕੀਨ ਟੂ ਸਟੱਡੀ ਸਾਇੰਸ. ਕਾਫੀ ਜ਼ਿਆਦਾ ਕੀਨ ਆ. Although I have studied a wide range of science subjects, yet environment has been my favorite so far. ਗਾਈਜ਼ ਮੈਂ ਇੱਥੇ although ਲਾਇਆ, ਜਿਹਦਾ ਮਤਲਬ ਭਾਵੇਂ ਮੈਂ ਬਹੁਤ ਜ਼ਿਆਦਾ ਸਾਇੰਸ ਸਬਜੈਕਟ ਪੜ੍ਹ ਚੁੱਕਾ. ਵਾਈਡ ਰੇਂਜ ਦਾ ਮਤਲਬ ਬਹੁਤ ਜ਼ਿਆਦਾ, ਯਾਨੀ ਕਿ ਡਿਫਰੈਂਟ ਟਾਈਪਸ ਆਫ. ਓਕੇ, ਸੋ ਗਾਈਜ਼ ਇੱਦਾਂ ਦੇ ਵਰਡਸ ਨੂੰ ਨੋਟ ਕਰ ਲਿਓ ਪਲੀਜ਼ ਆਪਦੀ ਕਾਪੀ 'ਤੇ. although ਲਾਇਆ, ਵਾਈਡ ਰੇਂਜ ਆਫ, ਫਿਰ ਮੈਂ ਕਿਹਾ yet ਦਾ ਮਤਲਬ ਹੁੰਦਾ ਫਿਰ ਵੀ. ਇਨਵਾਇਰਮੈਂਟ ਹੈਜ਼ ਬੀਨ ਮਾਈ ਫੇਵਰੇਟ. ਹੈਜ਼ ਬੀਨ ਦਾ ਮਤਲਬ ਰਹਿ ਚੁੱਕਾ ਵਾ, ਮੇਰਾ ਫੇਵਰੇਟ ਹੈਗਾ ਵਾ. ਸੋ ਫਾਰ ਦਾ ਮਤਲਬ ਹੁਣ ਤੱਕ. ਇਨਵਾਇਰਮੈਂਟ ਹੁਣ ਤੱਕ ਮੇਰਾ ਸਭ ਤੋਂ ਫੇਵਰੇਟ ਸਬਜੈਕਟ ਰਹਿ ਚੁੱਕਾ ਵਾ. ਸੋ ਗਾਈਜ਼ ਆਈ ਹੋਪ ਕਿ ਤੁਹਾਨੂੰ ਹੈਜ਼ ਬੀਨ ਦਾ ਪਤਾ ਲੱਗ ਗਿਆ, although ਦਾ ਪਤਾ ਲੱਗ ਗਿਆ. ਓਕੇ, ਅੱਗੇ ਮੂਵ ਕਰਦੇ ਹਾਂ. I wouldn't remember clearly, however I might be in 4th standard when I started learning it. I wouldn't remember clearly, I might be in 4th standard when I started learning it. So guys, ਮੈਂ ਇੱਥੇ ਕਿਹਾ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ. I wouldn't remember clearly. Okay, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ
आई माइट बी इन 4th स्टैंडर्ड, मैं 4th क्लास ਦੇ ਵਿੱਚ ਹੋਵਾਂਗਾ। ਮਾਈਟ ਬੀ ਦਾ ਮਤਲਬ ਕਿ ਆਈ ਐਮ ਨੋਟ ਸ਼ੋਰ, ਇਟਸ ਅ ਪੋਸੀਬਿਲਿਟੀ। ਓਕੇ, ਜਦੋਂ ਤੁਸੀਂ ਡਾਊਟ ਵਿੱਚ ਹੋਵੋ, ਸ਼ੋਰ ਨਾ ਹੋਵੋ, ਸੋ ਯੂ ਮਸਟ ਯੂਜ਼ ਮਾਈਟ ਬੀ। ਓਕੇ, however my curiosity in this subject developed when I entered high school। ਗਾਇਜ਼ ਮੈਂ ਉੱਪਰ ਕਿਹਾ ਸੀ ਕਿ ਮੈਂ 4th ਸਟੈਂਡਰਡ ਦੇ ਵਿੱਚ ਇਹਨੂੰ ਸਟਾਰਟ ਕੀਤਾ, ਬਸ ਉਸ ਟਾਈਮ ਮੇਰੇ ਵਿੱਚ ਇਹਦੇ ਲਈ ਕੋਈ ਉਤਸੁਕਤਾ ਜਾਂ ਕੋਈ ਇੰਟਰਸਟ ਨਹੀਂ ਸੀਗਾ। ਮੈਂ ਕਿਹਾ ਹਾਊਐਵਰ ਐਸ ਦ ਰਿਜ਼ਲਟ ਮੇਰੀ ਕਿਉਰਿਓਸਿਟੀ ਉਦੋਂ ਪੈਦਾ ਹੋਈ ਬਲਕਿ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਐਂਟਰ ਕੀਤਾ। ਕਿਉਰਿਓਸਿਟੀ ਮੀਨਸ ਉਤਸੁਕਤਾ। ਓਕੇ, ਆਈ ਐਗਜ਼ੈਕਟਲੀ ਰਿਮੈਂਬਰ ਦੈਟ ਔਨ World Environment Day, which is celebrated on 5th June, I delivered an amazing speech every year। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਵਰਲਡ ਇਨਵਾਇਰਮੈਂਟ ਡੇ ਜੋ ਕਿ 5th ਜੂਨ ਨੂੰ ਸੈਲੀਬ੍ਰੇਟ ਹੁੰਦਾ। ਗਾਈਜ਼ ਇਹ ਐਡੀਸ਼ਨਲ ਇਨਫੋਰਮੇਸ਼ਨ ਆ ਜਿਹੜੀ ਮੈਂ ਕੌਮਿਆਂ ਦੇ ਵਿੱਚ ਰੱਖੀ, ਜੋ ਕਿ ਵਿੱਚ ਤੋਂ ਸਟਾਰਟ ਹੁੰਦੀ ਹੈ। ਇਹਨੂੰ ਰਿਲੇਟਿਵ ਪ੍ਰੋਨਾਊਨ ਕਹਿ ਦਿੰਦੇ ਆ। ਇਹਦੇ ਬਾਰੇ ਮੈਂ ਇੱਕ ਵੀਡੀਓ ਬਣਾਊਂਗਾ। ਇੱਕ ਐਡੀਸ਼ਨਲ ਇਨਫੋਰਮੇਸ਼ਨ ਆ। ਓਕੇ, ਇਹਨੂੰ ਥੋੜ੍ਹਾ ਜਿਹਾ ਸਪੀਡ ਦੇ ਵਿੱਚ ਬੋਲੀਦਾ ਹੁੰਦਾ ਤਾਂ ਕਿ ਤੁਸੀਂ ਨੈਚੁਰਲ ਸ਼ੋ ਹੋਵੋ। ਜੋ ਐਡੀਸ਼ਨਲ ਇਨਫੋਰਮੇਸ਼ਨ ਹੁੰਦੀ ਹੈ, ਇੱਕ ਵਾਰ ਫਿਰ ਧਿਆਨ ਨਾਲ ਸੁਣੋ ਮੈਂ ਉਹਨੂੰ ਕਿੱਦਾਂ ਬੋਲਿਆ। ਆਈ ਐਗਜ਼ੈਕਟਲੀ ਰਿਮੈਂਬਰ ਦੈਟ ਔਨ ਵਰਲਡ ਇਨਵਾਇਰਮੈਂਟ ਡੇ ਵਿਚ ਇਜ਼ ਸੈਲੀਬ੍ਰੇਟ ਔਨ 5th ਜੂਨ। ਮੈਂ ਇਹਨੂੰ ਤੇਜ਼ ਬੋਲਿਆ ਤਾਂ ਕਿ ਐਡੀਸ਼ਨਲ ਇਨਫੋਰਮੇਸ਼ਨ ਆ, ਅਤੇ ਮੈਂ ਇਹਦੇ 'ਤੇ ਇੱਕ ਸਪੀਚ ਡਿਲੀਵਰ ਕਰਦਾ ਹੁੰਦਾ ਸੀ ਐਵਰੀ ਈਅਰ। ਓਕੇ, ਸੋ ਸਪੀਚ ਦੇ ਲਈ ਵਰਡ ਤੁਸੀਂ ਬੈਸਟ ਲਾ ਸਕਦੇ ਹੋ ਡਿਲੀਵਰ। ਸਪੀਚ ਡਿਲੀਵਰ ਹੁੰਦੀ ਆ। ਓਕੇ, Mr. Gurinder Singh taught us environment. What a great teacher he was. We were taken out of the class every day to perform experiments. Mr. Gurinder Singh ਸਾਨੂੰ ਇਹ ਟੀਚ ਕਰਦੇ ਹੁੰਦੇ ਸੀ। ਕਿੰਨੇ ਜ਼ਬਰਦਸਤ ਟੀਚਰ ਸੀ ਉਹ। ਸਾਨੂੰ ਕਲਾਸ ਤੋਂ ਬਾਹਰ ਲੈ ਕੇ ਜਾਂਦੇ ਹੁੰਦੇ ਸੀ ਹਰ ਇੱਕ ਦਿਨ ਤਾਂ ਕਿ ਅਸੀਂ ਐਕਸਪੈਰੀਮੈਂਟ ਕਰ ਸਕੀਏ। I mean to say that I learned how to reuse water and the other things as well as how to cut down the uses of natural resources। ਸੋ ਗਾਈਜ਼ ਇੱਥੇ ਮੈਂ ਸਟਾਰਟਿੰਗ ਵਿੱਚ ਕਿਹਾ ਆਈ ਮੀਨ ਟੂ ਸੇ ਦੈਟ। ਮੈਂ ਉੱਪਰ ਐਗਜ਼ਾਮੀਨਰ ਨੂੰ ਕਹਿ ਕੇ ਆਇਆ ਕਿ ਉਹ ਸਾਨੂੰ ਕਲਾਸ ਤੋਂ ਬਾਹਰ ਲੈ ਕੇ ਜਾਂਦੇ ਸੀ, ਅਸੀਂ ਐਕਸਪੈਰੀਮੈਂਟ ਕਰਦੇ ਹੁੰਦੇ ਸੀਗੇ ਕਲਾਸ ਤੋਂ ਬਾਹਰ ਜਾ ਕੇ। ਬਟ ਇੱਥੇ ਜੋ ਐਗਜ਼ਾਮੀਨਰ ਆ ਉਹਨੂੰ ਪੂਰੀ ਤਰ੍ਹਾਂ ਕਲੀਅਰ ਨਹੀਂ ਕਿ ਕਿਸ ਤਰ੍ਹਾਂ ਦੇ ਐਕਸਪੈਰੀਮੈਂਟ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। ਸੋ ਮੈਂ ਉਹਨੂੰ ਇੱਕ ਸਟਾਰਟਿੰਗ 'ਚ ਕਨੈਕਟਰ ਲਾਇਆ ਆਈ ਮੀਨ ਟੂ ਸੇ ਦੈਟ, ਯਾਨੀ ਕਿ ਮੇਰੇ ਕਹਿਣ ਦਾ ਮਤਲਬ ਕਿ ਮੈਂ ਹੁਣ ਤੁਹਾਨੂੰ ਐਕਸਪੈਰੀਮੈਂਟ ਦੱਸਣ ਲੱਗਾ ਵਾਂ। ਆਈ ਐਮ ਗੋਇੰਗ ਟੂ ਐਕਸਪਲੇਨ ਦਾ ਐਕਸਪੈਰੀਮੈਂਟਸ ਟੂ ਦਾ ਐਗਜ਼ਾਮੀਨਰ। ਓਕੇ, ਸੋ ਗਾਈਜ਼ ਇੱਦਾਂ ਦਾ ਕਨੈਕਟਰ ਸੋਚ ਸਮਝ ਕੇ ਸਾਰੇ ਕਨੈਕਟਰ ਲਾਏ ਆ, ਉਹ ਵੀ ਨੈਚੁਰਲ ਤਰੀਕੇ ਨਾਲ। ਓਕੇ, ਹੁਣ ਮੈਂ ਉਹਨੂੰ ਫਿਰ ਮੈਂ ਉਹਨੂੰ ਦੱਸਿਆ ਕਿ ਕਿੱਦਾਂ ਦੇ ਐਕਸਪੈਰੀਮੈਂਟ, ਜਿਵੇਂ ਕਿ ਵਾਟਰ ਨੂੰ ਕਿਵੇਂ ਰੀਯੂਜ਼ ਕਰਨਾ, ਹੋਰ ਚੀਜ਼ਾਂ ਨੂੰ ਕਿਵੇਂ ਰੀਯੂਜ਼ ਕਰਨਾ, ਐਂਡ ਜੋ ਨੈਚੁਰਲ ਰਿਸੋਰਸਿਸ ਆ ਉਹਨਾਂ ਦੀ ਜੋ ਵਰਤੋਂ ਆ ਉਹਨੂੰ ਕਿਵੇਂ ਘਟਾਉਣਾ। ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਜਾ ਕੇ ਸਿੱਖਦੇ ਹੁੰਦੇ ਸੀਗੇ ਆਊਟ ਆਫ ਦਾ ਕਲਾਸ ਜਾ ਕੇ। ਓਕੇ, ਲਾਸਟ ਬਟ ਨਾਟ ਲੀਸਟ ਆਈ ਲਰਨਡ ਹਾਊ ਟੂ ਗਰੋ ਪਲਾਂਟਸ। ਇੱਥੇ ਮੈਂ ਲਾਸਟ ਬਟ ਨਾਟ ਲੀਸਟ ਤਾਂ ਲਾਇਆ ਕਿਉਂਕਿ ਮੈਂ ਉਹਨੂੰ ਸਾਰੇ ਐਕਸਪੈਰੀਮੈਂਟ ਦੱਸਦੇ ਜੋ ਅਸੀਂ ਕਰਦੇ ਹੁੰਦੇ ਸੀ। ਬਟ ਮੇਰੇ ਮਾਈਂਡ ਦੇ ਵਿੱਚ ਇੱਕ ਚੀਜ਼ ਰਹਿ ਗਈ ਜੋ ਕਿ ਮੈਨੂੰ ਲੱਗਦਾ ਕਿ ਉਹ ਵੀ ਦੱਸਣੀ ਇੰਪੋਰਟੈਂਟ ਆ, ਕਿ ਅਸੀਂ ਪਲਾਂਟਸ ਵੀ ਗਰੋ ਕਰਦੇ ਹੁੰਦੇ ਸੀਗੇ। ਸੋ ਗਾਈਜ਼ ਉਹਦੇ ਲਈ ਮੈਂ ਇਹ ਕਨੈਕਟਰ ਲਾਇਆ ਲਾਸਟ ਬਟ ਨਾਟ ਲੀਸਟ, ਅਦਰਵਾਈਜ਼ ਮੈਂ ਇਹ ਨਹੀਂ ਲਾਉਣਾ ਸੀਗਾ। ਓਕੇ, I came to know that what are the deleterious effects of deforestation and global warming on the Earth's atmosphere। ਮੈਨੂੰ ਇਹ ਵੀ ਪਤਾ ਲੱਗਿਆ ਕਿ ਅਰਥ ਦੇ ਉੱਪਰ ਜੋ ਆਪਣੇ ਜੰਗਲ ਕੱਟੇ ਜਾ ਰਹੇ ਆ ਜਾਂ ਜੋ ਗਲੋਬਲ ਵਾਰਮਿੰਗ ਆ ਇਹਦੇ ਕੀ ਬੈਡ ਇੰਪੈਕਟ ਪੈਂਦੇ ਆ। ਓਕੇ, ਯਾਨੀ ਕਿ ਡੈਲੀਟੀਰੀਅਸ ਇਫੈਕਟਸ ਮੀਨ ਬੁਰੇ ਪ੍ਰਭਾਵ। I don't see environment only as a subject। Actually, I get extremely happy when I do something to save environment। Environment ਮੇਰੇ ਲਈ ਸਿਰਫ ਇੱਕ ਸਬਜੈਕਟ ਹੀ ਨਹੀਂ ਬਲਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਮੈਂ ਰੀਅਲੀ ਇਨਵਾਇਰਮੈਂਟ ਨੂੰ ਸੇਵ ਕਰਨ ਦੇ ਵਾਸਤੇ ਕੁਝ ਨਾ ਕੁਝ ਕਰਦਾ ਹਾਂ। As far as my interest is concerned, I always love to have pollution-free surrounding as it leads to healthy lifestyle। ਜਿੱਥੋਂ ਤੱਕ ਮੇਰੇ ਇੰਟਰਸਟ ਦੀ ਗੱਲ ਆ, ਐਸ ਫਾਰ ਐਸ ਦਾ ਮਤਲਬ ਹੁੰਦਾ ਜਿੱਥੋਂ ਤੱਕ ਮਾਈ ਇੰਟਰਸਟ ਇਜ਼ ਕੰਸਰਨਡ, ਇਹਦਾ ਮਤਲਬ ਕਿ ਮੇਰੇ ਇੰਟਰਸਟ ਦੀ ਗੱਲ ਆ। ਸੋ ਗਾਇਜ਼ ਇਹ ਤੁਸੀਂ ਉਦੋਂ ਯੂਜ਼ ਕਰ ਸਕਦੇ ਹੋ ਜਦ ਤੁਸੀਂ ਐਗਜ਼ਾਮੀਨਰ ਨੂੰ ਕਿਊ ਕਾਰਡ ਸੁਣਾਉਂਦੇ ਆਪਣੇ ਜੋ ਤੁਹਾਨੂੰ ਕੁਐਸਚਨ ਦਿੱਤਾ ਉਹਨੇ ਤੁਸੀਂ ਉਹਦੇ ਉੱਪਰ ਦੇਖ ਰਹੇ ਹੋ ਐਂਡ ਤੁਹਾਨੂੰ ਪਤਾ ਲੱਗਿਆ ਕਿ ਮੇਰਾ ਲਾਸਟ ਬੁਲੇਟ ਪੁਆਇੰਟ ਜੋ ਕਿ ਇੰਟਰਸਟ 'ਤੇ ਸੀਗਾ, ਤਾਂ ਉਹਨੂੰ ਦੇਖ ਕੇ ਤੁਸੀਂ ਬੜੇ ਹੀ ਨੈਚੁਰਲ ਤਰੀਕੇ ਨਾਲ ਇੱਕ ਨੈਚੁਰਲ ਟੂਨ ਦੇ ਨਾਲ ਐਗਜ਼ਾਮੀਨਰ ਨੂੰ ਕਹਿ ਰਹੇ ਹੋ ਐਸ ਫਾਰ ਐਸ ਮਾਈ ਇੰਟਰਸਟ ਇਜ਼ ਕੰਸਰਨਡ। ਕਿਆ ਤੁਹਾਡੀ ਉਸੇ ਹੀ ਪਲ ਉਸ ਪੇਪਰ 'ਤੇ ਲਿਆ ਗਈ ਐਂਡ ਤੁਸੀਂ ਇਹ ਲਾ ਕੇ ਉਹਨੂੰ ਬੋਲਿਆ ਤਾਂ ਇਟ ਵਿਲ ਸ਼ੋ ਦੈਟ ਯੂ ਆਰ ਨੈਚੁਰਲ ਸਪੀਕਰ। ਓਕੇ ਗਾਈਸ, ਸੋ ਮੈਂ ਕਿਹਾ ਕਿ ਜਿੱਥੋਂ ਤੱਕ ਮੇਰੇ ਇੰਟਰਸਟ ਦੀ ਗੱਲ ਆ ਮੈਂ ਆਲਵੇਜ਼ ਇੱਕ ਪੋਲਿਊਸ਼ਨ ਫਰੀ ਸਰਾਊਂਡਿੰਗ ਚਾਹੁੰਦਾ ਵਾ, ਮੇਰੇ ਆਸੇ ਪਾਸੇ ਪੋਲਿਊਸ਼ਨ ਨਾ ਹੋਵੇ ਕਿਉਂਕਿ ਇਹ ਹੈਲਦੀ ਲਾਈਫ ਸਟਾਈਲ ਤੱਕ ਲੈ ਕੇ ਜਾਂਦੀਆਂ ਆਪਾਂ ਨੂੰ ਚੀਜ਼ਾਂ। ਨੋ ਪੋਲਿਊਸ਼ਨ ਮੀਨਸ
नो डिजीज़। ओके, जे पोल्यूशन ना होगा कोई डिजीज़ नहीं होनी। दैट्स द ओनली रीज़न वाई आई एम इंटरस्टड इन दिस सब्जैक्ट। ये सिर्फ यही रीज़न है कि मैनू क्यों इन्ना ज़्यादा इहदे इंटरस्ट है। ऑल इन ऑल आई रीड बुक्स एंड आर्टिकल्स on internet regarding environment subject. This would be my favorite subject forever. Okay, ਤੇ ऑल इन ऑल ਦਾ ਮਤਲਬ ਕਿ ਐਂਡ ਤੇ ਜੋ ਮੈਂ ਬਸ ਮੇਨ ਕਹਿਣਾ ਚਾਹੁੰਦਾ ਕਿ ਮੈਂ ਕਾਫੀ ਜ਼ਿਆਦਾ ਬੁੱਕਸ ਐਂਡ ਆਰਟੀਕਲਸ ਵੀ ਪੜ੍ਹਦਾ ਵਾਂ ਇਨਵਾਇਰਨਮੈਂਟ ਦੇ ਰਿਗਾਰਡਿੰਗ ਐਂਡ ਇਹ ਮੇਰਾ ਸਬਜੈਕਟ ਫੇਵਰੇਟ ਰਹੂਗਾ ਫੋਰਐਵਰ ਦੇ ਲਈ। ਸੋ ਗਾਈਜ਼ ਆਈ ਹੋਪ ਕਿ ਤੁਹਾਨੂੰ ਪਤਾ ਲੱਗਿਆ ਕਿ ਕਿੱਦਾਂ ਇਹ ਕਿਊ ਕਾਰਡ ਤੁਸੀਂ ਪ੍ਰਪੇਅਰ ਕਰ ਸਕਦੇ ਹੋ। ਐਂਡ ਗਾਈਜ਼ ਪਲੀਜ਼ ਪ੍ਰੈਕਟਿਸ। ਐਂਡ ਮੈਂ ਤੁਹਾਨੂੰ ਇੱਕ ਲਾਸਟ ਗੱਲ ਕਹਿ ਦੇਵਾਂ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਆ, ਉਹ ਇਹ ਹੈ ਕਿ ਗਾਈਜ਼ ਵੀਡੀਓ ਬਣਾਉਣ ਦੇ ਲਈ ਕਾਫੀ ਟਾਈਮ ਕੰਜ਼ਿਊਮ ਹੁੰਦਾ, ਖਾਸ ਕਰਕੇ ਐਨੀਮੇਟਡ ਵੀਡੀਓਜ਼ ਬਣਾਉਣ ਦੇ ਲਈ। ਸੋ ਪਲੀਜ਼ ਇੱਕ ਨਿੱਕੀ ਜੀ ਜੋ ਰਿਕੁਐਸਟ ਆ ਕਿ ਮੇਰੀ ਜੋ ਵੀਡੀਓ ਉਹਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਨੀਚੇ। ਓਕੇ, ਕਮੈਂਟ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਆ। ਤੁਸੀਂ ਮੈਨੂੰ ਦੱਸਿਆ ਕਰੋ ਕਿ ਸਰ ਹਾਂ ਸਾਨੂੰ ਸਿੱਖਣ ਨੂੰ ਮਿਲਿਆ ਇਹਦੇ ਵਿੱਚੋਂ ਕੁਝ, ਸਾਨੂੰ ਵਰਡਸ ਪਤਾ ਲੱਗੇ। ਲਾਈਕ ਕਰਨਾ ਭੁੱਲ ਜਾਓ ਭਾਵੇਂ, ਬਟ ਗਾਈਜ਼ ਪਲੀਜ਼ ਕਮੈਂਟਸ। ਓਕੇ, ਐਂਡ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਗਾਈਜ਼। I will also upload other videos regarding reading and writing. So guys, till then take care. See you again.